ਹੈਲੋ ਫਰੈਂਡਸ, ਵੈਲਕਮ ਬੈਕ ਟੂ ਆਰ ਚੈਨਲ ਡ੍ਰੀਮ ਬੈਂਡ 8। ਤੇ ਅੱਜ ਅਸੀਂ ਲੈ ਕੇ ਆਏ ਹਾਂ ਵਨ ਸਾਈਡਡ ਐਸੇ ਦੇ ਟੈਂਪਲੇਟਸ। ਇਹਨੂੰ ਯੂਜ਼ ਕਰਕੇ ਤੁਸੀਂ 7+ ਬੈਂਡ ਸਕੋਰਸ ਈਜ਼ੀਲੀ ਸਕੋਰ ਕਰ ਸਕਦੇ ਹੋ। ਸੋ ਤਿੰਨ ਚੀਜ਼ਾਂ ਜਿਹੜੀਆਂ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਪਤਾ ਹੋਣੀਆਂ ਚਾਹੀਦੀਆਂ, ਜਿਹੜੀਆਂ ਅਸੀਂ ਪਿਛਲੀ ਵੀਡੀਓ 'ਚ ਵੀ ਡਿਸਕਸ ਕੀਤੀਆਂ ਕਿ ਇੰਟਰੋ ਕਿਵੇਂ ਲਿਖਣੀ ਹੈ, ਪਲੈਨਿੰਗ ਕਿਵੇਂ ਕਰਨੀ ਹੈ, ਉਹ ਸਾਰੀਆਂ ਚੀਜ਼ਾਂ ਤੁਹਾਨੂੰ ਐਸੇ ਲਿਖਣ ਤੋਂ ਪਹਿਲਾਂ ਪਤਾ ਹੋਣੀਆਂ ਚਾਹੀਦੀਆਂ। ਸੋ ਮੂਵਿੰਗ ਟੂ ਆਰ ਟੈਂਪਲੇਟ ਪਾਰਟ। ਹੁਣ ਅਗਰ ਕੋਈ ਕੁਐਸਚਨ ਐਗਰੀ ਜਾਂ ਡਿਸਐਗਰੀਮੈਂਟ ਦੇ ਵਿੱਚ ਆ ਜਾਂਦਾ ਤਾਂ ਤੁਸੀਂ ਇੰਟਰੋਡਕਸ਼ਨ ਕਿਵੇਂ ਲਿਖ ਸਕਦੇ ਹੋ, ਲਾਈਕ ਦ ਇੰਪੋਰਟੈਂਸ ਆਫ ਡੈਸ਼ which was always debatable has now become more controversial। ਕਿ ਕਿਸੇ ਵੀ ਚੀਜ਼ ਦੇ ਬਾਰੇ ਕੁਐਸਚਨ ਜਿਵੇਂ ਕਿ ਤੁਹਾਨੂੰ ਪੁੱਛਿਆ ਕਿ ਟੈਸਟਿੰਗ ਸਿਸਟਮ ਹੈ ਨਾ, ਤਾਂ ਟੈਸਟਿੰਗ ਸਿਸਟਮ ਹੋਣਾ ਚਾਹੀਦਾ ਜਾਂ ਨਹੀਂ, ਤਾਂ ਤੁਸੀਂ ਕਹਿ ਸਕਦੇ ਹੋ ਕਿ ਟੈਸਟਿੰਗ ਸਿਸਟਮ ਦੀ ਜਿਹੜੀ ਇੰਪੋਰਟੈਂਸ ਹੈ ਇਹ ਹਮੇਸ਼ਾ ਚਰਚਾ ਦਾ ਵਿਸ਼ਾ ਰਿਹਾ ਕਿ ਟੈਸਟ ਹੋਣੇ ਚਾਹੀਦੇ ਜਾਂ ਨਹੀਂ, ਡਿਬੇਟੇਬਲ ਇਸ਼ੂ ਰਿਹਾ and has become more controversial with many people claiming that it is beneficial while others reject this notion। ਕਿ ਬਹੁਤ ਸਾਰੇ ਲੋਕ ਜਿਹੜੇ ਹੈਗੇ ਇਹਦੇ 'ਤੇ ਚਰਚਾ ਕਰਦੇ ਆ, ਕੁਝ ਕਹਿੰਦੇ ਕਿ ਇਹ ਬੈਨੀਫਿਸ਼ੀਅਲ ਹੈ ਅਤੇ ਕੁਝ ਕਹਿੰਦੇ ਆ ਕਿ ਇਹ ਜਿਹੜਾ ਹੈਗਾ ਡਰੋਬੈਕ ਹੈ ਇੱਕ, ਠੀਕ ਹੈ, ਸਟੱਡੀ ਐਜੂਕੇਸ਼ਨ ਸਿਸਟਮ ਦਾ ਡਰੋਬੈਕ ਹੈ ਇਹ ਟੈਸਟਿੰਗ ਸਿਸਟਮ। ਤਾਂ ਸਟੇਟਮੈਂਟ ਦੀ ਜਗ੍ਹਾ ਅਸੀਂ ਵਰਡ ਨੋਸ਼ਨ ਯੂਜ਼ ਕੀਤਾ ਹੈ। Okay, moving further, the substantial influence of this trend has sparked the controversy over the potential impact in recent years। ਕਿ ਇਹ ਤੇਜ਼ੀ ਨਾਲ ਜਿਹੜਾ ਪ੍ਰਭਾਵ ਪੈ ਰਿਹਾ ਇਸ ਟ੍ਰੈਂਡ ਦਾ, ਟੈਸਟਿੰਗ ਸਿਸਟਮ ਦਾ, ਇਹਨੇ ਇੱਕ ਚਿੰਗਾਰੀ ਲਗਾ ਦਿੱਤੀ ਹੈ ਇਸ ਕੰਟਰੋਵਰਸੀ ਦੇ ਉੱਪਰ ਕਿ ਇਹ ਜਿਹੜਾ ਵਿਵਾਦ ਹੋ ਰਿਹਾ ਸੀ ਕਿ ਟੈਸਟਿੰਗ ਸਿਸਟਮ ਹੋਣਾ ਚਾਹੀਦਾ ਜਾਂ ਨਹੀਂ, ਇਹਦੇ ਉੱਪਰ ਇੱਕ ਚਿੰਗਾਰੀ ਭਰ ਦਿੱਤੀ ਹੈ ਇਹਦੇ ਪ੍ਰਭਾਵ ਨੇ, ਰਾਈਟ, in recent years। in my opinion, ਹੁਣ ਮੇਰੇ ਅਕੋਰਡਿੰਗ ਕਿਹੜੀ ਜਿਹੜੀ ਪ੍ਰੋਪੋਜੀਸ਼ਨ ਹੈ, ਕਿਹੜੀ ਨੋਸ਼ਨ ਹੈ ਜਿਹੜੀ ਉਹ ਸਹੀ ਹੈ। ਅਗਰ ਤਾਂ ਤੁਹਾਨੂੰ ਫਸਟ ਵਾਲੀ ਮਤਲਬ ਕਿ ਅਗਰ ਤੁਸੀਂ ਐਗਰੀਮੈਂਟ ਦੇ ਵਿੱਚੋਂ ਤਾਂ ਤੁਸੀਂ ਲਿਖ ਸਕਦੇ ਹੋ ਕਿ ਫਾਰਮਰ ਪ੍ਰੋਪੋਜੀਸ਼ਨ ਹੈ ਜਿਹੜੀ ਉਹ ਮੈਨੂੰ ਜ਼ਿਆਦਾ ਰੈਸ਼ਨਲ ਲੱਗਦੀ ਹੈ। ਅਗਰ ਤੁਸੀਂ ਲਾਸਟ ਪਿਛਲੀ ਵਾਲੀ ਸਟੇਟਮੈਂਟ ਦੇ ਫੇਵਰ 'ਚੋਂ ਤਾਂ ਤੁਸੀਂ ਲਿਖ ਸਕਦੇ ਹੋ ਦ ਲੈਟਰ ਪ੍ਰੋਪੋਜੀਸ਼ਨ ਅਪੀਅਰਸ ਟੂ ਬੀ ਮੋਰ ਰੈਸ਼ਨਲ। ਓਕੇ, moving further, this essay will further elaborate my views for favoring the positive or negative impact of this trend, and this will lead to a logical conclusion। ਕਿ ਇਹ ਐਸੇ ਹੈ ਜਿਹੜਾ ਇਹ ਮੇਰੇ ਵਿਊਜ਼ ਨੂੰ ਡਿਸਕਸ ਕਰੂੰਗਾ ਕਿ ਕਿਉਂ ਮੈਂ ਜਿਹੜਾ ਹੈਗਾ ਇਹਦੇ ਪੋਜ਼ੀਟਿਵ ਇੰਪੈਕਟਸ ਨੂੰ ਫੇਵਰ ਕਰ ਰਿਹਾ ਜਾਂ ਕਿਉਂ ਮੈਂ ਇਹਦੇ ਨੈਗੇਟਿਵ ਇੰਪੈਕਟਸ ਨੂੰ ਫੇਵਰ ਕਰ ਰਿਹਾ, ਅਤੇ ਐਂਡ ਦੇ ਵਿੱਚ ਇੱਕ ਅਸੀਂ ਲੌਜੀਕਲ ਕੰਕਲੂਜ਼ਨ ਕੱਢਾਂਗੇ ਲੌਜਿਕ ਦੇ ਅਕੋਰਡਿੰਗ। ਓਕੇ, ਮੂਵਿੰਗ ਟੂ ਬੋਡੀ ਪੈਰਾਗ੍ਰਾਫ 1। ਹੁਣ ਬੋਡੀ ਪੈਰਾਗ੍ਰਾਫ 1 ਦੇ ਵਿੱਚ ਅਸੀਂ ਕਿਵੇਂ ਸਟਾਰਟ ਕਰਨਾ ਹੈ, ਕਿਹੜੇ ਕਨੈਕਟਰਸ ਯੂਜ਼ ਕਰਨੇ ਆ। ਓਕੇ, ਤੁਸੀਂ ਸਟਾਰਟ ਕਰ ਸਕਦੇ ਹੋ ਐਨਾਲਾਈਜ਼ਿੰਗ ਦ ਸਟੇਟਮੈਂਟ, ਮਤਲਬ ਕਿ ਸਟੇਟਮੈਂਟ ਨੂੰ ਦੇਖਦੇ ਹੋਏ, ਐਂਡ ਐਕਸਪਲੇਨਿੰਗ ਫਰਦਰ ਦ ਫਸਟ ਐਂਡ ਫੋਰਮੋਸਟ ਰੀਜ਼ਨ ਬਿਹਾਈਂਡ ਦਿਸ ਇਜ਼ ਡੈਟ। ਕਿ ਸਭ ਤੋਂ ਪਹਿਲਾ ਰੀਜ਼ਨ ਕੀ ਹੈ ਇਸ ਦੇ ਪਿੱਛੇ, ਉਹ ਆਹ ਹੈ, ਤੁਸੀਂ ਮੈਂਸ਼ਨ ਕਰ ਸਕਦੇ ਹੋ ਉਰੇ, ਠੀਕ ਹੈ। ਉਸ ਤੋਂ ਬਾਅਦ ਜਦੋਂ ਤੁਸੀਂ ਆਪਣਾ ਸੈਕਿੰਡ ਓਪੀਨੀਅਨ ਦੇਣਾ ਤੁਸੀਂ ਲਿਖ ਸਕਦੇ ਹੋ ਅਨਦਰ ਸਟਰਾਈਕਿੰਗ ਬੈਨੀਫਿਟ ਇਨ ਦਿਸ ਰਿਗਾਰਡ ਇਜ਼ ਡੈਟ ਸੋ ਔਨ। ਓਕੇ, ਅਨਦਰ ਸਟਰਾਈਕਿੰਗ ਕੀ ਹੋਰ ਬੈਨੀਫਿਟ ਕਿਆ ਹੈ ਇਹਦਾ, ਤੁਸੀਂ ਇੱਥੇ ਡਿਸਕਸ ਕਰ ਸਕਦੇ ਹੋ। ਦੈਨ ਐਂਡ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਕਿ ਤੁਸੀਂ ਆਪਣੇ ਬੋਡੀ ਪੈਰਾਗ੍ਰਾਫ ਨੂੰ ਕੰਕਲੂਡ ਕਰੋ ਕਿ ਤੁਸੀਂ ਇਹ 'ਚ ਆਖਿਰ ਲਿਖਿਆ ਕਿਆ ਹੈ ਤੁਹਾਡੇ ਅਕੋਰਡਿੰਗ। ਓਕੇ, ਤਾਂ ਕੈਟੇਗਰੀਲੀ ਡਿਸਕਸਿੰਗ ਇਟ ਕੈਨ ਨਾਟ ਬੀ ਇਗਨੋਰਡ ਡੈਟ ਦ ਮੇਨ ਰੀਜ਼ਨ ਬਿਹਾਈਂਡ ਦਿਸ ਇਜ਼ ਡੈਟ। ਤਾਂ ਤੁਸੀਂ ਵਨ ਵਰਡ ਦੇ ਵਿੱਚ ਲਿਖ ਸਕਦੇ ਹੋ ਕਿ ਇਹ ਔਰ ਇਹ ਮੈਂ ਜਿਹੜਾ ਹੈਗਾ ਰੀਜ਼ਨ ਡਿਸਕਸ ਕੀਤਾ ਹੈ ਕਿ ਮੇਨ ਰੀਜ਼ਨ ਕੀ ਰਿਹਾ ਟੈਸਟਿੰਗ ਸਿਸਟਮ ਦਾ, ਬੈਨੀਫਿਟ ਕੀ ਰਿਹਾ। ਓਕੇ, ਤੁਸੀਂ ਲਿਖ ਸਕਦੇ ਹੋ ਕਿ ਬੱਚੇ ਦੀ ਇੰਡੀਵਿਜੂਅਲ ਡਿਵੈਲਪਮੈਂਟ ਹੁੰਦੀ ਹੈ, ਉਹਨੂੰ ਆਪਣੇ ਸਕੋਰਸ ਦੇ ਬਾਰੇ ਕੁਝ ਪਤਾ ਚੱਲਦਾ, ਠੀਕ ਹੈ। ਤਾਂ ਤੁਸੀਂ ਐਵੇਂ ਦੇ ਵਨ ਵਰਡ ਦੇ ਵਿੱਚ ਕੁਝ ਵੀ ਲਿਖ ਸਕਦੇ ਹੋ, ਕੰਕਲੂਡ ਕਰਨਾ ਹੈ ਮਤਲਬ ਤੁਸੀਂ ਆਪਣੀ ਬੋਡੀ ਪੈਰਾਗ੍ਰਾਫ, ਰਾਈਟ। ਮੂਵਿੰਗ ਫਰਦਰ, ਬੋਡੀ ਪੈਰਾਗ੍ਰਾਫ 2। ਹੁਣ ਬੋਡੀ ਪੈਰਾਗ੍ਰਾਫ 2 ਲਾਈਕ ਅਸੀਂ ਕੁਐਸਚਨ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ ਕਿ ਜਾਂ ਤਾਂ ਤੁਸੀਂ ਐਗਰੀਮੈਂਟ ਦੇ ਵਿੱਚ ਲਿਖਣਾ ਜਾਂ ਡਿਸਐਗਰੀਮੈਂਟ ਦੇ ਵਿੱਚ, ਤਾਂ ਅਸੀਂ ਕਨੈਕਟਰਸ ਹੈ ਜਿਹੜੇ ਉਹ ਅਕੋਰਡਿੰਗਲੀ ਯੂਜ਼ ਕਰਾਂਗੇ। ਤਾਂ ਪ੍ਰੋਬਿੰਗ ਅਹੈਡ ਮਤਲਬ ਕਿ ਅੱਗੇ ਮੂਵਿੰਗ ਅਹੈਡ, ਵਨ ਆਫ ਦ ਮੇਨ ਅੰਡਰਲਾਈਂਗ ਰੀਜ਼ਨ ਸਟੈਮਸ ਫॉर द ਫੈਕਟ ਇਜ਼ ਡੈਟ। ਕਿ ਮੇਨ ਰੀਜ਼ਨ ਕਿਆ ਹੈ, ਅਗਲਾ ਤੁਸੀਂ ਥਰਡ ਓਪੀਨੀਅਨ ਦੇਣਾ ਹੈ ਉਰੇ ਆਪਣਾ। ਮੂਵਿੰਗ ਫਰਦਰ, ਇਟ ਇਜ਼ ਪਰਟੀਨੈਂਟ ਟੂ ਮੈਂਸ਼ਨ ਡੈਟ ਡੈਸ਼। ਕਹਿੰਦੇ ਉਸ ਤੋਂ ਅਗਲਾ ਰੀਜ਼ਨ
ਰਾਈਟ। ਬੋਡੀ ਪੈਰਾਗ੍ਰਾਫ 1 ਦੇ ਵਿੱਚ ਅਸੀਂ 2 ਰੀਜ਼ਨਸ ਡਿਸਕਸ ਕੀਤੇ ਆ ਤੇ ਬੋਡੀ ਪੈਰਾਗ੍ਰਾਫ 2 ਦੇ ਵਿੱਚ ਵੀ ਅਸੀਂ 2 ਰੀਜ਼ਨਸ ਹੋਣੇ ਚਾਹੀਦੇ ਆ ਸਾਡੇ ਕੋਲ। ਅਗਰ ਅਸੀਂ ਐਗਰੀਮੈਂਟ ਦੇ ਵਿੱਚ ਹਾਂ ਤਾਂ ਪੂਰੇ ਐਗਰੀਮੈਂਟ ਦੇ ਵਿੱਚ, ਅਗਰ ਡਿਸਐਗਰੀਮੈਂਟ ਦੇ ਵਿੱਚ ਹੈ ਤਾਂ ਪੂਰੇ ਡਿਸਐਗਰੀਮੈਂਟ ਦੇ ਵਿੱਚ। ਓਕੇ, ਮੂਵਿੰਗ ਫਰਦਰ ਤੁਸੀਂ ਕਨੈਕਟਰ ਯੂਜ਼ ਕਰ ਸਕਦੇ ਹੋ ਮੋਰ ਓਵਰ, ਆਲਸੋ, ਰਾਈਟ। ਜਾਂ ਅਪਾਰਟ ਫਰੋਮ these reasons mentioned above, it can be clearly stated, ਇਹ ਬਿਲਕੁਲ ਸਾਫ਼ ਹੋ ਚੁੱਕਿਆ ਹੈ that why many are against in this favor, against ਜਾਂ ਫਿਰ in favor of this trend, ਕਿ ਕਿਉਂ ਕੁਛ ਲੋਕ ਜਿਹੜੇ ਹੈਗੇ against ਹੈ ਤਾਂ against ਲਿਖ ਸਕਦੇ ਹੋ, ਅਗਰ favor 'ਚ ਹੈ ਤਾਂ favor ਲਿਖ ਸਕਦੇ ਹੋ, ਠੀਕ ਹੈ। ਓਕੇ, ਮੂਵਿੰਗ ਟੂ ਆਰ ਲਾਸਟ ਪਾਰਟ, ਕੰਕਲੂਜ਼ਨ। ਹੁਣ ਅਸੀਂ ਟੂ ਕੰਕਲੂਡ ਨਹੀਂ ਲਿਖਣਾ ਬਿਕੋਜ਼ ਜਾਂ ਟੂ ਸਮ ਅਪ, ਇਹ ਥੋੜ੍ਹਾ ਮੋਸਟ ਕਾਮਨ ਵਰਡ ਹੈ ਤਾਂ ਅਸੀਂ ਵਰਡ ਯੂਜ਼ ਕਰਾਂਗੇ ਟੂ ਰੀਕੈਪੀਚੂਲੇਟ। ਇਹਨੂੰ ਤੁਸੀਂ ਤੋੜ ਕੇ ਆਪਣੀ ਸਪੈਲਿੰਗਸ ਯਾਦ ਕਰ ਸਕਦੇ ਹੋ, ਰੀਕੈਪੀਚੂਲੇਟ, ਰਾਈਟ। ਟੂ ਰੀਕੈਪੀਚੂਲੇਟ ਅਕੋਰਡਿੰਗ ਟੂ ਦ ਅਫੋਰਮੈਂਸ਼ਨਡ ਆਰਗੂਮੈਂਟਸ, ਕਿ ਜਿਹੜੇ ਆਰਗੂਮੈਂਟਸ ਅਸੀਂ ਉੱਪਰ ਮੈਂਸ਼ਨ ਕੀਤੇ ਆ, ਅਫੋਰਮੈਂਸ਼ਨਡ ਦਾ ਮਤਲਬ ਉੱਪਰ ਮੈਂਸ਼ਨ ਕੀਤੇ ਹੋਏ ਆ, one can reach to conclusion, ਅਸੀਂ ਕੰਕਲੂਡ ਕਰ ਸਕਦੇ ਹਾਂ ਕਿ ਬੈਨੀਫਿਟਸ ਜਾਂ ਫਿਰ ਡrawbacks of testing system are indeed too great, ਕਿ ਅਗਰ ਤਾਂ ਅੱਛੀ ਹੈ ਉਹਦੇ ਰੀਜ਼ਨ ਤਾਂ ਤੁਸੀਂ ਲਿਖ ਸਕਦੇ ਹੋ ਕਿ ਬਿਲਕੁਲ ਸਾਫ਼ ਹੈ ਕਿ ਉਹ ਬਹੁਤ ਅੱਛੇ ਹੈ, ਅਗਰ ਨਹੀਂ ਅੱਛੇ ਤਾਂ ਤੁਸੀਂ ਡrawbacks ਲਿਖ ਕੇ ਕਹਿ ਸਕਦੇ ਹੋ ਕਿ that ਵੀ ਇਹਨੂੰ ਇਗਨੋਰ ਨਹੀਂ ਕੀਤਾ ਜਾ ਸਕਦਾ, ਜਿਹੜੇ ਇਹਦੇ ਡrawbacks ਹੈ, ਰਾਈਟ। ਹੁਣ ਕਿਹੜੇ ਅਸੀਂ ਵਰਡਸ ਯੂਜ਼ ਕੀਤੇ ਆ, ਡਿਬੇਟੇਬਲ। ਡਿਬੇਟੇਬਲ ਦਾ ਮਤਲਬ ਹੁੰਦਾ ਚਰਚਾ ਦਾ ਵਿਸ਼ਾ, ਮਤਲਬ ਕਿ ਕਿਹੜੀ ਗੱਲ ਹੈ ਜਿਹੜੀ ਅੱਜ ਕੱਲ੍ਹ ਡਿਬੇਟਿੰਗ ਚੱਲ ਰਹੀ ਹੈ, ਚਰਚੇ ਦੇ ਵਿੱਚ ਚੱਲ ਰਹੀ ਹੈ, ਰਾਈਟ। ਕੰਟਰੋਵਰਸੀਅਲ ਦਾ ਮਤਲਬ ਵੀ ਆਹੀ ਹੁੰਦਾ ਹੈ, ਵਿਵਾਦਪੂਰਨ, ਮਤਲਬ ਕਿਹੜੀ ਚੀਜ਼ ਦੇ ਉੱਪਰ ਚਰਚਾ ਚੱਲ ਰਹੀ ਹੈ ਅੱਜ ਕੱਲ੍ਹ, ਠੀਕ ਹੈ। ਨੈਕਸਟ ਇਜ਼ ਕਲੇਮ। ਕਲੇਮ ਦਾ ਮਤਲਬ ਹੁੰਦਾ ਦਾਅਵਾ ਕਰਨਾ। ਹੁਣ ਅਸੀਂ ਲਿਖਾਂਗੇ ਕਿ ਪੀਪਲ ਬਿਲੀਵ ਡੈਟ, ਉਹਦੀ ਬਜਾਏ ਅਸੀਂ ਲਿਖ ਸਕਦੇ ਹਾਂ ਕਿ ਇੰਡੀਵਿਜੂਅਲਸ ਕਲੇਮ ਡੈਟ, ਠੀਕ ਹੈ, ਦਾਅਵਾ ਕਰਦੇ ਆ ਕੁਛ ਪੀਪਲ ਇਹਦੇ ਫੇਵਰ 'ਚ ਹੈ, ਕੁਛ ਨਹੀਂ ਹੈ। ਸਟੇਟਮੈਂਟ ਦੀ ਜਗ੍ਹਾ ਅਸੀਂ ਨੋਸ਼ਨ ਲਿਖ ਸਕਦੇ ਹਾਂ, ਪ੍ਰੋਪੋਜੀਸ਼ਨ ਲਿਖ ਸਕਦੇ ਹਾਂ, ਰਾਈਟ। ਕੰਟਰੋਵਰਸੀ ਅਗੇਨ ਵਿਵਾਦ। ਹੁਣ ਤੁਸੀਂ ਦੇਖੋ ਕੰਟਰੋਵਰਸੀਅਲ ਲਿਖ ਸਕਦੇ ਹੋ, ਕੰਟਰੋਵਰਸੀ ਲਿਖ ਸਕਦੇ ਹੋ, ਐਦਾਂ ਵੀ ਤੁਸੀਂ ਆਪਣੀ ਵੋਕੈਬ ਨੂੰ ਇਨਕਰੀਜ਼ ਕਰ ਸਕਦੇ ਹੋ, ਰਾਈਟ। ਕਿਸੇ ਨੂੰ ਐਡਜੈਕਟਿਵ ਬਣਾ ਦੇਣਾ, ਐਡਵਰਬ ਦੀ ਤਰ੍ਹਾਂ ਯੂਜ਼ ਕਰ ਦੇਣਾ ਕਿਤੇ, ਠੀਕ ਹੈ। ਮੂਵਿੰਗ ਫਰਦਰ, ਪੋਟੈਂਸ਼ੀਅਲ ਇੰਪੈਕਟ। ਪੋਟੈਂਸ਼ੀਅਲ ਇੰਪੈਕਟ ਦਾ ਮਤਲਬ ਕੀ ਹੁੰਦਾ ਕਿ ਸੰਭਵ ਪ੍ਰਭਾਵ, ਕੀ ਪ੍ਰਭਾਵ ਪੈ ਰਿਹਾ ਇਹਦਾ। ਫਾਰਮਰ ਦਾ ਮਤਲਬ ਮੈਂ ਦੱਸ ਚੁੱਕੀ ਹਾਂ ਪਹਿਲਾਂ, ਲੈਟਰ ਦਾ ਮਤਲਬ ਪਿੱਛੇ, ਪਿਛਲੀ ਲੋਸ਼ਨ ਮਤਲਬ ਕਿ ਪਿਛਲਾ ਸੈਂਟੈਂਸ। ਰੈਸ਼ਨਲ ਦਾ ਮਤਲਬ ਹੁੰਦਾ ਹੈ ਤਰਕਸ਼ੀਲ, ਮਤਲਬ ਕਿ ਮੇਰੇ ਅਕੋਰਡਿੰਗ ਇਹ ਪੋਜ਼ਿਟਿਵ ਹੈ ਜਾਂ ਨਹੀਂ ਹੈ, ਰਾਈਟ। ਕੈਟੇਗਰੀਕਲੀ ਅਸੀਂ ਇੱਕ ਕਨੈਕਟਰ ਯੂਜ਼ ਕੀਤਾ ਸੀ ਜਿਹਦਾ ਮਤਲਬ ਹੈ ਸਪਸ਼ਟ ਤੌਰ 'ਤੇ, ਮਤਲਬ ਕਿ ਕਲੀਅਰ ਹੈ, ਕਿ ਕਲੀਅਰਲੀ ਦਿਸ ਕੈਨ ਬੀ ਸੀਨ। ਤੁਸੀਂ ਕਹਿ ਸਕਦੇ ਹੋ ਕੈਟੇਗਰੀਕਲੀ ਬੈਨੀਫਿਟਸ ਆਰ ਮੋਰ ਔਰ ਡrawbacks ਆਰ ਮੋਰ, ਓਕੇ। ਨੈਕਸਟ ਇਜ਼ ਪਰਟੀਨੈਂਟ। ਪਰਟੀਨੈਂਟ ਦਾ ਮਤਲਬ ਹੁੰਦਾ ਬਿਲਕੁਲ ਐਕੂਰੇਟ, ਬਿਲਕੁਲ ਢੁਕਵਾਂ, ਜਿਹੜਾ ਉੱਥੇ ਸਹੀ ਬੈਠ ਰਿਹਾ। ਇੱਥੇ ਅਸੀਂ ਯੂਜ਼ ਕੀਤਾ ਮੂਵਿੰਗ ਫਰਦਰ, ਇਟ ਇਜ਼ ਪਰਟੀਨੈਂਟ ਟੂ ਮੈਂਸ਼ਨ ਡੈਟ, ਕਿ ਇਹ ਬਿਲਕੁਲ ਸਹੀ ਹੋਏਗਾ ਇਸ ਚੀਜ਼ ਨੂੰ ਕਹਿਣ ਦੇ ਲਈ, ਰਾਈਟ। ਤਾਂ ਥੈਂਕ ਯੂ ਗਾਈਜ਼, ਹੋਪ ਤੁਹਾਨੂੰ ਬਹੁਤ ਅੱਛੀ ਲੱਗੀ ਹੋਏਗੀ ਵੀਡੀਓ ਅਤੇ ਤੁਸੀਂ ਬਹੁਤ ਕੁਝ ਗੇਨ ਕੀਤਾ ਹੋਏਗਾ। ਤਾਂ ਤੁਸੀਂ ਇਹ ਟੈਂਪਲੇਟ ਨੂੰ ਯੂਜ਼ ਕਰਕੇ ਆਪਣੇ ਬੈਂਡ ਸਕੋਰਸ ਜ਼ਰੂਰ ਵਧਾਉਣ ਦੀ ਕੋਸ਼ਿਸ਼ ਕਰਨੀ ਹੈ। ਥੈਂਕ you very much, and we'll meet you soon in another video.